विद्यार्थियों अज असी करन जा रहे हैं लेख मुआफ़ करना, जो कि डॉक्टर नरिंदर सिंह कपूर का लिखिया होया है। सो नरिंदर सिंह कपूर जो सीगे उन्हां दा जन्म 6 मार्च 1944 नूं सरदार हरदित सिंह दे घर रावलपिंडी पाकिस्तान विच होया सी। उसने MA PhD तक उच्च विद्या प्राप्त की हुई सी। सो उसने पंजाबी साहित्य नूं बहुत सारिया वडमुडलियां रचनावां दित्तियां हन, जिन्हां विच ज्ञानी दित सिंह, जीवन ते रचना, व्याख्या विश्लेषण, सच्चो सच, प्यो ते पुत्तर आदि उन्हां दे प्रसिद्ध लेख हैं। सो अज असी करन जा रहे हाँ उन्हां दा लेख मुआफ़ करना। सो निबंध बारे जानकारी मैं तुहानूं देन जा रही हाँ। जिमें मनुख गलतियां दा पुतला है। सो इस लेख विच नरिंदर सिंह कह रहे हैं कि मनुख गलतियां दा पुतला है। जद तक कोई मनुख गलती नहीं करता वो अपने आप नूं मनुख कहाउण दा हकदार नहीं है। गलतियां नूं मुआफ़ करना रब्बी फितरत है। भाव गलतियां करनियां मनुख दी फितरत है ते उन्हां गलतियां नूं मुआफ़ करना एक रब्बी फितरत है। सो कहंदे वो मनुख जो कोई गलती नहीं करता वो अपने आप नूं मनुख कहाउण दा हकदार नहीं है। गलती नाल सानूं एहसास हुंदा है कि असीं इंसान हाँ। इस करके ही कहा जाता है कि मनुख गलती दा पुतला है। केवल रब ही है जो गलत नहीं कर सकता। सो अगे है गलतियां नूं मुआफ़ करना रब्बी फितरत। हाँ जी बेटा, कई बार कहते रब ने एक भगत नूं पुछया कि वो दसे उसने की गलतियां कीतियां हन, तां भगत ने कहा कि उसने कोई गलती नहीं की। रब ने नाराज़ होकर कहा कि उसनूं विश्वास नहीं सी कि वो उसनूं मुआफ़ कर देवेगा। असल विच गलती करना मनुखी फितरत है ते गलतियां नूं मुआफ़ करना रब्बी फितरत। मनुख ਅਤੇ ਰੱਬ ਵਿਚਕਾਰ ਸਾਂਝ ਇਹ ਹੈ ਕਿ ਕਈ ਵਾਰੀ ਗਲਤੀ ਕਰਨ ਵਾਲਾ ਮਨੁੱਖ ਦੂਜੇ 'ਤੇ ਆਸ ਕਰਦਾ ਹੈ ਕਿ ਉਹ ਰੱਬ ਬਣ ਕੇ ਉਸ ਨੂੰ ਮਾफ़ ਕਰ ਦੇਵੇ। ਅੱਗੇ ਹੈ ਮੁਆਫ਼ ਕਰਨ ਦਾ ਹੁਨਰ ਅਤੇ ਬਦਲੇ ਦੀ ਭਾਵਨਾ। ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਗਲਤੀਆਂ ਸਾਰੇ ਕਰਦੇ ਹਾਂ, ਪਰ ਅਜਿਹੇ ਬਹੁਤ ਘੱਟ ਹੁੰਦੇ ਹਨ ਜਿਨ੍ਹਾਂ ਨੂੰ ਮੁਆਫ਼ ਕਰਨ ਦਾ ਹੁਨਰ ਵੀ ਆਉਂਦਾ ਹੋਵੇ। ਲੋਕ ਬਦਲੇ ਦੀ ਭਾਵਨਾ ਦੇ ਸ਼ਿਕਾਰ ਹੁੰਦੇ ਹਨ। ਉਹ ਮੁਆਫ਼ ਤਾਂ ਕਰ ਦਿੰਦੇ ਹਨ ਪਰ ਕਿਸੇ ਨਾ ਕਿਸੇ ਤਰੀਕੇ ਨਾਲ ਉਸ ਦਾ ਬਦਲਾ ਲੈਣਾ ਚਾਹੁੰਦੇ ਹਨ। ਭਾਵ ਬਦਲੇ ਦੀ ਭਾਵਨਾ ਅਸਲ ਵਿੱਚ ਜੰਗਲੀ ਇਨਸਾਫ ਹੈ, ਜਿਸ ਵਿੱਚ ਮੁਆਫ਼ ਤਾਂ ਕੀਤਾ ਜਾਂਦਾ ਹੈ ਪਰ ਬਦਲੇ ਦੀ ਭਾਵਨਾ ਰੱਖੀ ਜਾਂਦੀ ਹੈ। ਬਦਲਾ ਲੈਣ ਵਾਲਾ ਮਨੁੱਖ ਦੂਜੀ ਧਿਰ ਨਾਲੋਂ ਵੀ ਨਿੱਘਰ ਜਾਂਦਾ ਹੈ। ਭਾਵ ਬਦਲਾ ਲੈਣ ਵਾਲੇ ਮਨੁੱਖ ਭੂਤਕਾਲ ਵਿੱਚ ਹੀ ਵਿਚਰਦੇ ਰਹਿੰਦੇ ਹਨ। ਉਹਨਾਂ ਦੀ ਮਾਨਸਿਕ ਸਥਿਤੀ ਬੇਚੈਨ ਹੁੰਦੀ ਹੈ, ਅਸ਼ਾਂਤ ਹੁੰਦੇ ਹਨ ਤੇ ਤੜਫ ਰਹੇ ਵਿਅਕਤੀ ਵਰਗੇ ਹੁੰਦੇ ਹਨ। ਦੂਜਿਆਂ ਦਾ ਨੁਕਸਾਨ ਕਰਨ ਵਾਲੇ, ਉਹ ਲੋਕ ਦੂਜਿਆਂ ਦਾ ਨੁਕਸਾਨ ਕਰਦੇ ਹਨ। ਅਜਿਹੇ ਵਿਅਕਤੀ ਮੁਆਫ਼ ਨਹੀਂ ਕੀਤੇ ਜਾ ਸਕਦੇ। ਇਹ ਸਮਾਜ ਦੇ ਸਰੀਰ ਉੱਤੇ ਇੱਕ ਵੱਡਾ ਜ਼ਖਮ ਹਨ ਜਿਸ ਦਾ ਇਲਾਜ ਕੇਵਲ ਚੀਰਾ ਦੇ ਕੇ ਕੀਤਾ ਜਾ ਸਕਦਾ ਹੈ। ਬਦਲਾ ਲੈਣ ਸਮੇਂ ਵੀ ਇਸ ਗੱਲ ਦਾ ਅੰਤਰ ਕਰਨਾ ਜ਼ਰੂਰੀ ਹੈ ਕਿ ਗਲਤੀ ਜਾਣ-ਬੁੱਝ ਕੇ ਕੀਤੀ ਗਈ ਹੈ ਜਾਂ ਸੁਭਾਵਿਕ ਹੀ ਹੋ ਗਈ ਹੈ। ਕੁਝ ਗਲਤੀਆਂ ਅਜਿਹੀਆਂ ਹੁੰਦੀਆਂ ਹਨ ਜਿਹੜੀਆਂ ਦੁਸ਼ਮਣ ਕਰਦੇ ਹਨ। ਦੁਸ਼ਮਣਾਂ ਨੂੰ ਮੁਆਫ਼ ਕਰਨਾ ਸੌਖਾ ਹੁੰਦਾ ਹੈ, ਪਰ ਦੋਸਤਾਂ ਨੂੰ ਮੁਆਫ਼ ਕਰਨ ਦੀਆਂ ਮਿਸਾਲਾਂ ਬਹੁਤ ਘੱਟ ਹਨ। ਉਂਝ ਤਾਂ ਅਸੀਂ ਦੋਸਤੀਆਂ ਵਿੱਚ ਬਹੁਤ ਕੁਝ ਬਰਦਾਸ਼ਤ ਕਰ ਲੈਂਦੇ ਹਾਂ, ਪਰ ਜਦੋਂ ਗੱਲ ਮੁਆਫ਼ੀ ਮੰਗਣ 'ਤੇ ਜਾ ਪਹੁੰਚੇ ਤਾਂ ਦੋਸਤੀ ਪਹਿਲਾਂ ਹੀ ਮੁੱਕ ਚੁੱਕੀ ਹੁੰਦੀ ਹੈ। ਭਾਵ ਦੋਹਾਂ ਧਿਰਾਂ ਵਿਚਕਾਰ ਵਿੱਥ ਵੱਧਦੀ ਜਾਂਦੀ ਹੈ। ਸਾਡੀਆਂ ਗਲਤੀਆਂ ਅਤੇ ਮੂਰਖਤਾ। ਸਾਡੀਆਂ ਗਲਤੀਆਂ ਆਮ ਕਰਕੇ ਅਸੂਲਾਂ 'ਤੇ ਜਨਮਦੀਆਂ ਹਨ। ਕਈ ਵਾਰ ਦੂਜਿਆਂ ਦੀਆਂ ਗਲਤੀਆਂ ਨੂੰ ਅਸੀਂ ਮੂਰਖਤਾ ਦਾ ਨਾਮ ਦੇ ਦਿੰਦੇ ਹਾਂ ਅਤੇ ਆਪਣੀਆਂ ਗਲਤੀਆਂ ਨੂੰ ਮੁਆਫ਼ ਕਰਨ ਦਾ ਬਹਾਨਾ ਲਾਉਂਦੇ ਹਾਂ। ਮੂਰਖਤਾ ਅਸਲ ਵਿੱਚ ਸਾਡੇ ਵਿੱਚ ਉਪਜਿਆ ਹੋਇਆ ਹੌਸਲਾ ਹੈ। ਕੇਵਲ ਮੂਰਖ ਹੀ ਆਪਣੇ ਠੀਕ ਹੋਣ ਦੀ ਜਿੱਦ ਕਰਦੇ ਹਨ। ਜਦੋਂ ਮੂਰਖਤਾ ਹੱਦ ਟੱਪ ਜਾਵੇ ਤਾਂ ਉਹ ਖਬਤ ਬਣ ਜਾਂਦੀ ਹੈ। ਭਾਵ ਉਹ ਬਹੁਤ ਵੱਡੀ ਗਲਤੀ ਬਣ ਜਾਂਦੀ ਹੈ। ਖਬਤੀ ਉਹ ਹੁੰਦਾ ਹੈ ਜੋ ਕਿਸੇ ਨੂੰ ਕਿਸੇ ਵੀ ਕੀਮਤ ਉੱਤੇ ਆਪਣੇ ਵਿਚਾਰ ਬਦਲਣ ਲਈ ਤਿਆਰ ਹੀ ਨਹੀਂ ਹੁੰਦਾ। ਅਜਿਹੇ ਲੋਕਾਂ ਨੂੰ ਨਾ ਤਾਂ ਸੁਧਰਿਆ ਜਾ ਸਕਦਾ ਹੈ ਅਤੇ ਨਾ ਹੀ ਉਹਨਾਂ ਨੂੰ ਬਦਲਿਆ ਜਾ ਸਕਦਾ ਹੈ, ਨਾ ਹੀ ਉਹਨਾਂ ਦਾ ਕੋਈ ਸੁਧਾਰ ਹੋ ਸਕਦਾ ਹੈ। ਉਹਨਾਂ ਨੂੰ ਮੁਆਫ਼ ਕਰਨ ਦੀ ਥਾਂ ਸਗੋਂ ਉਹਨਾਂ ਤੋਂ ਹੀ ਮੁਆਫ਼ੀ ਮੰਗ ਲੈਣੀ ਚਾਹੀਦੀ ਹੈ। ਗਲਤੀ ਨੂੰ ਜਾਇਜ਼ ਠਹਿਰਾਉਣਾ। ਕਈ ਵਾਰ ਕੀ ਹੁੰਦੇ ਹੈ ਕਿ ਗਲਤੀਆਂ ਤਾਂ ਸਾਰੇ ਕਰਦੇ ਹਨ
ਪਰ ਕਈ ਲੋਕ ਆਪਣੀ ਗਲਤੀ ਨੂੰ ਜਾਇਜ਼ ਠਹਿਰਾਉਣ ਲਈ ਬੜੀ ਜਿੱਦ ਕਰਦੇ ਹਨ। ਨੀਤੀ ਸ਼ਾਸਤਰ ਦਾ ਕਹਿਣਾ ਹੈ ਕਿ ਜਿੰਨਾ ਚਿਰ ਤੁਹਾਡੇ ਉੱਤੇ ਦੋਸ਼ ਨਾ ਲਾਇਆ ਜਾਵੇ ਉਨਾ ਚਿਰ ਆਪਣੀ ਸਫਾਈ ਦੇਣ ਤੋਂ ਸੰਕੋਚ ਕਰਨਾ ਚਾਹੀਦਾ ਹੈ। ਚੰਗੇ ਬੰਦੇ ਮੁਆਫੀ ਮੰਗ ਕੇ ਦੂਜੇ ਨੂੰ ਬੇਹਥਿਆਰ ਕਰ ਦਿੰਦੇ ਹਨ। ਮੁਆਫੀ ਦੇ ਵੀ ਕਈ ਢੰਗ ਹਨ। ਮੁਆਫੀ ਵੀ ਕਈ ਢੰਗਾਂ ਨਾਲ ਮੰਗੀ ਜਾਂਦੀ ਹੈ। ਸੱਚੀ ਭਾਵਨਾ ਨਾਲ ਮਾफ़ੀ ਮੰਗੀ ਜਾਂਦੀ ਹੈ, ਜਾਂ ਅਜਿਹਾ ਮੁਆਫੀ ਮੰਗਣ ਵਾਲਾ ਵੀ ਹੁੰਦਾ ਹੈ ਕਿ ਉਸਨੇ ਜੋ ਕੀਤਾ ਹੈ ਉਸਦਾ ਅਸਲ ਵਰਤਾਰਾ ਨਹੀਂ ਹੈ। ਉੱਪਰੋਂ ਮੰਗੀ ਮੁਆਫੀ ਦਾ ਅਸਲ ਉਦੇਸ਼ ਦੂਜੀ ਧਿਰ ਵੱਲੋਂ ਬਦਲਾ ਲੈਣ ਲਈ ਖੁੰਡਾ ਯਤਨ ਕਰਨਾ ਹੁੰਦਾ ਹੈ। ਕਿਸੇ ਨੂੰ ਮੁਆਫ ਕਰਦੇ ਸਮੇਂ ਅਸਲ ਵਿੱਚ ਅਸੀਂ ਉਸਦੇ ਦੋਸ਼ ਦੀ ਹੀ ਪੁਸ਼ਟੀ ਕਰਦੇ ਹੁੰਦੇ ਹਾਂ। ਹਰ ਕਿਸੇ ਨੂੰ ਮੁਆਫ ਕਰ ਦੇਣਾ ਹੀ ਜ਼ੁਲਮ ਹੈ, ਕਿਉਂਕਿ ਇਸ ਤਰ੍ਹਾਂ ਮੁਆਫ ਕਰਨ ਵਾਲਾ ਮੁਆਫ ਕੀਤੇ ਜਾਣ ਵਾਲੇ ਦੇ ਮੁਕਾਬਲੇ ਆਪਣੀ ਵਡਿਆਈ ਸਥਾਪਿਤ ਕਰ ਲੈਂਦਾ ਹੈ। ਬਾਗੀਆਂ ਨੂੰ ਮੁਆਫ ਕਰਨਾ। ਕਈ ਵਾਰ ਬਾਗੀ ਇਸ ਗੱਲ ਨੂੰ ਮੁਆਫ ਨਹੀਂ ਕਰਦੇ ਕਿ ਉਹਨਾਂ ਨੂੰ ਮਾफ़ੀ ਦਿੱਤੀ ਗਈ ਹੈ। ਇੱਕ ਬਾਦਸ਼ਾਹ ਨੇ ਇੱਕ ਬਾਗੀ ਬਾਰੇ ਕਿਹਾ ਸੀ ਕਿ ਉਹ ਮਹਾਨ ਦੇਸ਼ ਭਗਤ ਬਣਨਾ ਚਾਹੁੰਦਾ ਹੈ, ਪਰ ਉਸਦੇ ਇਸ ਯਤਨ ਨੂੰ ਸਫਲ ਨਹੀਂ ਹੋਣ ਦੇਵੇਗਾ, ਕਿਉਂਕਿ ਉਹ ਉਸਦੀ ਬਗਾਵਤ ਨੂੰ ਮੁਆਫ ਕਰ ਦੇਵੇਗਾ। ਸੋ ਬਾਗੀਆਂ ਨੂੰ ਮੁਆਫੀ ਨਹੀਂ ਦਿੱਤੀ ਜਾਂਦੀ, ਸਗੋਂ ਉਹਨਾਂ ਨੂੰ ਬਦਲਾ ਲੈਣ ਦੀ ਭਾਵਨਾ ਰੱਖ ਕੇ ਮੁਆਫੀ ਦਿੱਤੀ ਜਾਂਦੀ ਹੈ। ਮੁਆਫ ਨਾ ਕਰਨਾ ਇੱਕ ਬਹੁਤ ਵੱਡਾ ਔਗੁਣ ਹੈ, ਪਰ ਕਹਿੰਦੇ ਜੇਕਰ ਕੋਈ ਵਿਅਕਤੀ ਤਰਸਯੋਗ ਹੋਵੇ ਜਿਸ ਨੂੰ ਮੁਆਫ ਕਰਨ ਦਾ ਮੌਕਾ ਮਿਲ ਜਾਵੇ ਪਰ ਉਹ ਮੁਆਫ ਨਾ ਕਰੇ ਤਾਂ ਅਜਿਹੇ ਬੰਦਿਆਂ ਨੂੰ ਦੂਜੀ ਧਿਰ ਕਦੇ ਵੀ ਮੁਆਫ ਨਹੀਂ ਕਰਦੀ। ਮੁਆਫੀ ਮੰਗਣ ਦੇ ਬਾਵਜੂਦ ਵੀ ਜਦੋਂ ਕਿਸੇ ਨੂੰ ਮੁਆਫ ਨਾ ਕੀਤਾ ਜਾਵੇ ਤਾਂ ਇਸ ਤੋਂ ਵੱਡੀ ਉਸਦੀ ਕੋਈ ਬੇਇੱਜ਼ਤੀ ਨਹੀਂ ਹੁੰਦੀ। ਮੁਆਫ ਕਰਦੇ ਹੀ ਉਹ ਹਨ ਜਿਹੜੇ ਤਾਕਤਵਰ ਹੁੰਦੇ ਹਨ। ਮੁਆਫ ਕਰਨ ਦੀ ਸ਼ਕਤੀ ਉਸ ਵਿੱਚ ਹੀ ਹੁੰਦੀ ਹੈ ਜਿਸ ਕੋਲ ਸੂਝ-ਬੂਝ ਤੇ ਮਨ ਦੀ ਅਮੀਰੀ ਹੋਵੇ। ਜਿਉਂ-ਜਿਉਂ ਸਾਡਾ ਗਿਆਨ ਵੱਧਦਾ ਜਾਂਦਾ ਹੈ ਤਿਉਂ-ਤਿਉਂ ਸਾਡੇ ਵਿੱਚ ਮਾफ़ ਕਰਨ ਦੀ ਸ਼ਕਤੀ ਵੱਧਦੀ ਜਾਂਦੀ ਹੈ। ਪੱਖਪਾਤੀ ਵਰਤਾਰਾ। ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਪੱਖਪਾਤੀ ਵਰਤਾਰੇ ਦੇ ਨਾਲ ਦੂਜਿਆਂ ਨੂੰ ਮੁਆਫ ਕਰਦੇ ਹਾਂ। ਕਈ ਵਾਰ ਜਿਹੜੀ ਧਿਰ ਸਾਡੇ ਵੱਲ ਦੀ ਹੁੰਦੀ ਹੈ ਅਸੀਂ ਉਸ ਨੂੰ ਮੁਆਫ ਤਾਂ ਕਰ ਦਿੰਦੇ ਹਾਂ, ਪਰ ਦੂਜੀ ਧਿਰ ਨੂੰ ਅਸੀਂ ਪੱਖਪਾਤੀ ਹੋਣ ਕਰਕੇ ਮੁਆਫ ਨਹੀਂ ਕਰਦੇ। ਆਮ ਕਰਕੇ ਅਸੀਂ ਦੂਜਿਆਂ ਦੇ ਵਰਤਾਰੇ ਪ੍ਰਤੀ ਨਿਰਪੱਖ ਪਰੰਤੂ ਆਪਣੇ ਵਰਤਾਰੇ ਪ੍ਰਤੀ ਪੱਖਪਾਤੀ ਰੁਚੀ ਧਾਰਨ ਕਰਦੇ ਹਾਂ। ਦੂਜਿਆਂ ਨੂੰ ਸਜ਼ਾ ਦੇਣ ਬਾਰੇ ਸੋਚਦੇ ਹਾਂ। ਬਾਈਬਲ, ਕੁਰਾਨ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਮੁਆਫ ਕਰਨ ਨੂੰ ਮਹਾਨ ਅਤੇ ਸਤਿਕਾਰਯੋਗ ਗੁਣ ਦੱਸਿਆ ਗਿਆ ਹੈ। ਇਸ ਨਾਲ ਅਸੀਂ ਦੂਜਿਆਂ ਨੂੰ ਨਫ਼ਰਤ ਕਰਨ ਦੇ ਦੁਖਦਾਈ ਅਮਲ ਤੋਂ ਬਚ ਸਕਦੇ ਹਾਂ। ਮੁਆਫ ਕਰਕੇ ਭੁੱਲਣਾ। ਕਹਿੰਦੇ ਮੁਆਫ ਕਰਕੇ ਭੁੱਲਣਾ ਵੀ ਇੱਕ ਗੁਣ ਹੈ, ਪਰ ਨਾ ਭੁੱਲਣਾ ਉਸ ਤੋਂ ਵੱਡਾ ਔਗੁਣ ਹੈ। ਮੁਆਫ ਕਰਕੇ ਨਾ ਭੁੱਲਣਾ ਅਸਲ ਵਿੱਚ ਮੁਆਫ ਨਾ ਕਰਨ ਦੇ ਬਰਾਬਰ ਹੈ। ਕਈ ਵਿਅਕਤੀ ਮੁਆਫ ਕੀਤੇ ਜਾਣ ਦੇ ਬਾਵਜੂਦ ਪਛਤਾਉਂਦੇ ਰਹਿੰਦੇ ਹਨ। ਉਹ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨ ਦੇ ਚਾਹਵਾਨ ਹੁੰਦੇ ਹਨ। ਸਜ਼ਾਵਾਂ। ਕਈ ਵਾਰ ਕੀ ਹੁੰਦਾ ਹੈ ਕਿ ਸਖਤ ਸਜ਼ਾਵਾਂ ਨਾਲ ਜੁਰਮ ਜੋ ਹੈ ਘਟਦੇ ਤਾਂ ਨਹੀਂ। ਚਾਹੀਦਾ ਇਹ ਹੈ ਕਿ ਅਸੀਂ ਭੈੜੇ ਕੰਮਾਂ ਦੀ ਸਜ਼ਾ ਦੇਣ ਦੇ ਮੁਕਾਬਲੇ ਚੰਗੇ ਕੰਮਾਂ ਦੀ ਸ਼ਾਬਾਸ਼ ਦੇਣ ਵਿੱਚ ਵਧੇਰੇ ਰੁਚੀ ਰੱਖੀਏ, ਪਰ ਹੈ ਇਸ ਦੇ ਉਲਟ। ਸਜ਼ਾ ਮਿਲਣ ਤੋਂ ਝੱਟ ਪਹਿਲਾਂ ਦਾ ਸਮਾਂ ਬੜਾ ਸੰਕਟਮਈ ਹੁੰਦਾ ਹੈ। ਮੁਜਰਮ ਭਾਵੇਂ ਕਿੰਨਾ ਵੀ ਪੱਕਾ ਹੋਵੇ, ਅਦਾਲਤ ਵਿੱਚ ਉਸ ਨੂੰ ਬਰੀ ਕਰ ਦੇਵੋ ਤਾਂ ਉਹ ਆਪਣੇ ਆਪ ਨੂੰ ਬਰੀ ਨਹੀਂ ਕਰਵਾ ਸਕਦਾ। ਅਸਲ ਵਿੱਚ ਕੋਈ ਜੁਰਮ ਮੁਆਫ ਨਹੀਂ ਕੀਤਾ ਜਾ ਸਕਦਾ, ਕਿਉਂਕਿ ਸਜ਼ਾ ਜੋ ਹੈ ਜੁਰਮ ਕਰਨ ਦੇ ਹੱਕ ਵਿੱਚ ਹੀ ਹੁੰਦੀ ਹੈ। ਸਭ ਤੋਂ ਵੱਡੀ ਸਜ਼ਾ ਗੁਆਂਢੀਆਂ ਅਤੇ ਆਪਣੇ ਘਰ ਦੇ ਜੀਆਂ ਵੱਲੋਂ ਪ੍ਰਾਪਤ ਹੋਣ ਵਾਲੀ ਨਫ਼ਰਤ ਹੁੰਦੀ ਹੈ। ਮਾਣ ਸਤਿਕਾਰ ਘੱਟ ਕਰਨ ਵਾਲੀ ਗਲਤੀ ਨਹੀਂ ਕਰਨੀ ਚਾਹੀਦੀ। ਕਹਿੰਦੇ ਕਈ ਵਾਰ ਅਸੀਂ ਦੁਨੀਆ ਦੀਆਂ ਸਾਰੀਆਂ ਗਲਤੀਆਂ ਮੁਆਫ ਕਰ ਦਿੰਦੇ ਹਾਂ, ਪਰ ਜਿਸ ਗਲਤੀ ਨਾਲ ਸਾਡਾ ਮਾਣ ਸਤਿਕਾਰ ਘਟਿਆ ਹੋਵੇ ਉਸ ਨੂੰ ਮੁਆਫ ਕਰਨਾ ਸਭ ਤੋਂ ਵੱਧ ਔਖਾ ਹੁੰਦਾ ਹੈ। ਭਾਵ ਜਿੱਥੇ ਸਾਡੀ ਆਪਣੀ ਬੇਇੱਜ਼ਤੀ ਹੋਵੇ ਅਸੀਂ ਉੱਥੇ ਕਿਸੇ ਨੂੰ ਮੁਆਫ ਕਰਨਾ ਸਭ ਤੋਂ ਵੱਡਾ ਔਖਾ ਸਮਝਦੇ ਹਾਂ। ਜਿਉਂਦੇ ਹੋਣ ਦਾ ਪ੍ਰਮਾਣ। ਕਿਸੇ ਕੌਮ ਵਿੱਚ ਅਫਸੋਸ ਕਰਨਾ, ਪਛਤਾਵਾ ਕਰਨਾ, ਦੁੱਖ ਮਨਾਉਣਾ, ਮੁਆਫੀ ਮੰਗਣੀ, ਮੁਆਫ ਕਰਨਾ ਉਸਦੇ ਜਿਉਂਦੇ ਹੋਣ ਅਤੇ ਬਹਾਦਰ ਹੋਣ ਦਾ ਪ੍ਰਮਾਣ ਹੁੰਦਾ ਹੈ। ਸੋ ਮਨੁੱਖ ਗਲਤੀ ਦਾ ਪੁਤਲਾ ਹੈ। ਉਸ ਨੂੰ ਮਨੁੱਖ ਹੋਣ ਦਾ ਅਹਿਸਾਸ ਉਦੋਂ ਹੀ ਹੁੰਦਾ ਹੈ ਜਦੋਂ ਉਹ ਗਲਤੀ ਕਰਦਾ ਹੈ। ਬਦਲੇ ਦੀ ਭਾਵਨਾ ਨੂੰ ਜੰਗਲੀ ਇਨਸਾਫ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਇਹ ਭਾਵਨਾ ਜੋ ਹੈ ਲੋਕਾਂ ਸਾਹਮਣੇ ਤਾਂ ਮੁਆਫ ਕਰਨ ਦੀ ਹੈ, ਪਰ ਮਨ ਵਿੱਚ ਬਦਲਾ ਲੈਣ ਦੀ ਭਾਵਨਾ ਹੋਰ ਵੀ ਜ਼ਿਆਦਾ ਪੱਕੀ ਹੋ ਜਾਂਦੀ ਹੈ। ਸੋ ਕਹਿੰਦੇ ਲੇਖਕ ਨੇ ਸਾਨੂੰ ਇਹੀ ਸਮਝਾਉਣ ਦਾ ਯਤਨ ਕੀਤਾ ਹੈ ਕਿ ਮੁਆਫ ਕਰਨਾ ਇੱਕ
ਬਹੁਤ ਵੱਡਾ ਗੁਣ ਹੈ। ਇਸ ਕਰਕੇ ਮਨੁੱਖ ਨੂੰ ਇਸ ਗੁਣ ਨੂੰ ਧਾਰਨ ਕਰ ਲੈਣਾ ਚਾਹੀਦਾ ਹੈ। ਬਾਈਬਲ, ਕੁਰਾਨ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਮੁਆਫ਼ ਕਰਨ ਵਾਲੇ ਬੰਦੇ ਨੂੰ ਮਹਾਨ ਅਤੇ ਸਤਿਕਾਰਯੋਗ ਮਨੁੱਖ ਦੱਸਿਆ ਗਿਆ ਹੈ। ਸੋ ਮੁਆਫ਼ ਕਰਨਾ ਇੱਕ ਬਹੁਤ ਵੱਡਾ ਗੁਣ ਹੈ। ਬਦਲੇ ਦੀ ਭਾਵਨਾ ਨਹੀਂ ਰੱਖਣੀ ਚਾਹੀਦੀ ਅਤੇ ਮੁਆਫ਼ ਕਰਨਾ ਇਹਦਾ ਗੁਣ ਅਪਣਾਉਣਾ ਚਾਹੀਦਾ ਹੈ, ਕਿਉਂਕਿ ਮੁਆਫ਼ ਕਰਨ ਵਾਲੇ ਲੋਕ ਜੋ ਹਨ ਉਹ ਕੌਮ ਦੇ ਜਿਉਂਦੇ ਹੋਣ ਦਾ ਪ੍ਰਮਾਣ ਕਰਦੇ ਹਨ। ਉਹਨਾਂ ਦੇ ਮਨ ਵਿੱਚ ਕਦੇ ਮੁਆਫ਼ ਕਰਕੇ ਅਫਸੋਸ, ਪਛਤਾਵਾ, ਦੁੱਖ ਆਦਿ ਦੇ ਗੁਣ ਨਹੀਂ ਹੁੰਦੇ, ਸਗੋਂ ਉਹ ਆਪਣੇ ਆਪ ਨੂੰ ਸਤਿਕਾਰਯੋਗ ਮਨੁੱਖ ਬਣਾਉਣ ਦੇ ਕਾਬਲ ਬਣਾਉਂਦੇ ਹਨ, ਸਮਝਦੇ ਹਨ। ਧੰਨਵਾਦ।